ਅਕਸਰ ਇਹ ਹੁੰਦਾ ਕਿ ਕੋਈ ਰੈਗੂਲੇਟਰੀ ਅਥਾਰਟੀ ਹੋਵੇ ਯੈਸ ਜਿਹੜੇ ਹਿਸਾਬ ਲੈ ਸਕੇ ਸਕੂਲਾਂ ਵਾਲਿਆਂ ਤੋਂ, ਫਿਰ ਸਕੂਲ ਟੀਚਰਾਂ ਦੀ ਸੈਲਰੀ ਵੀ ਪੂਰੀ ਮਿਲੇ, ਕਿਉਂਕਿ ਬਹੁਤ ਘੱਟ ਤਨਖਾਹਾਂ ਮਿਲਦੀਆਂ ਨੇ, ਐਨੇ ਕੁਆਲੀਫਾਈਡ ਟੀਚਰ ਹੁੰਦੇ ਆ। ਇਹ ਵੀ ਤੁਸੀਂ ਆਉਣ ਵਾਲੇ ਸਮੇਂ 'ਚ ਹਾਈ ਕੋਰਟ ਦੇ ਵਿੱਚ ਕਰੋਗੇ ਕੇਸ ਦਾਇਰ। ਮੇਰੇ ਕੋਲ ਲੱਖਾਂ ਪੇਰੈਂਟਸ ਦੀਆਂ ਆਨਲਾਈਨ ਔਨ ਰਿਕਾਰਡ ਫਾਈਲਸ ਪਈਆਂ ਹੋਈਆਂ ਨੇ, ਜਿਹਦੇ ਵਿੱਚ ਇੱਕ ਵੀ ਇੰਸਟੈਂਸ ਨਹੀਂ ਹੋਇਆ ਕਿਸੇ ਇੱਕ ਐਪਲੀਕੇਸ਼ਨ ਦਾ ਵੀ ਕੋਈ ਨਿਪਟਾਰਾ ਕੀਤਾ ਹੋਵੇ। ਆਨਲਾਈਨ ਐਜੂਕੇਸ਼ਨ ਦੇ ਬਹਾਨੇ ਤੇ ਪੇਰੈਂਟਸ ਨੂੰ ਲੁੱਟਣਾ ਕੋਈ ਚੰਗੀ ਗੱਲ ਥੋੜੋ ਨਾ। ਇੱਕੋ ਪਟੀਸ਼ਨ ਫਾਈਲ ਹੋਈ ਸੀ ਜਿਹੜੀ ਮੇਰੇ ਵੱਲੋਂ ਫਾਈਲ ਕੀਤੀ ਗਈ ਸੀ, ਜਿਸ 'ਚ ਮੈਂ ਇਹ ਮੰਗਿਆ ਸੀ ਵੀ ਲੋਕਡਾਊਨ ਦੇ ਦੌਰਾਨ 1 ਜਾਂ 2 ਕਲਾਸ ਲੱਗਦੀ ਹੈ ਤੇ ਇਹ ਤਾਂ ਇਹਨਾਂ ਨੂੰ ਜਿਹੜੀ ਟਿਊਸ਼ਨ ਫੀਸ ਹੈ ਉਹ ਵੀ 2 ਕਲਾਸਾਂ ਦੀ ਲੈਣੀ ਚਾਹੀਦੀ ਹੈ। ਡਿਵੀਜ਼ਨ ਬੈਂਚ ਨੇ ਵੀ ਇੱਕ ਆਰਡਰ 'ਚ ਕਹਿਤਾ ਸੀ ਵੀ ਨਹੀਂ ਇਹ ਮਤਲਬ ਲੰਦੇ ਰਹਿਣ ਮਾਪੇ, ਇਹਨਾਂ ਦੇ ਐਪਲੀਕੇਸ਼ਨਾਂ ਦੇਣ, ਇਹ ਆਪੇ ਡਿਸਾਈਡ ਕਰਨ। ਜਦੋਂ ਸਕੂਲ ਅਸੀਂ ਯੂਜ਼ ਹੀ ਨਹੀਂ ਕੀਤਾ, ਇਹ ਤਾਂ ਜਿਹੜੀ ਐਜੂਕੇਸ਼ਨ ਸੀ ਆਨਲਾਈਨ ਐਜੂਕੇਸ਼ਨ, ਬੱਚਿਆਂ ਦੇ ਮਾਪਿਆਂ ਤੇ ਦੋਹਰੀ ਮਾਰ ਪਾਈ ਹੈ ਨੇ। ਬਿਜ਼ਨਸ ਠੱਪ ਹੋ ਗਏ, ਜਿਹੜੇ ਸ਼ਹਿਰਾਂ 'ਚ ਵੀ ਬੈਠੇ ਸੀ ਉਹ ਵੀ ਪਿੰਡਾਂ 'ਚ ਚਲੇ ਗਏ। ਸਕੂਲਾਂ ਨੂੰ ਫੀਸ ਕਾਹਦੀ ਹੈ? ਸਕੂਲ ਫੀਸਾਂ ਦੇ ਮਾਮਲੇ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਵੇਂ ਆਦੇਸ਼ ਜਾਰੀ ਕੀਤੇ ਨੇ, ਜਿਹਦੇ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਵੱਡੀ ਰਾਹਤ ਹੈ ਤੇ ਸਕੂਲ ਅਧਿਆਪਕਾਂ ਨੂੰ ਵੀ ਰਾਹਤ ਹੈ। ਕੀ ਫੈਸਲਾ ਹੋਇਆ, ਸੁਣਵਾਈ ਦੌਰਾਨ ਸਾਰੇ ਕਾਸੇ ਤੇ ਗੱਲ ਕਰਾਂਗੇ। ਮਾਪਿਆਂ ਵੱਲੋਂ ਪੇਸ਼ ਹੋਏ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਨਾਲ। ਬਾਗੜੀ ਸਾਹਿਬ, ਅੱਜ ਵੱਖਰੇ ਆਦੇਸ਼ ਕੀ ਆਏ ਨੇ ਪਹਿਲਾਂ ਦੇ ਮੁਕਾਬਲੇ ਹਾਈ ਕੋਰਟ ਦੇ? ਦੇਖੋ, ਪਹਿਲਾ ਆਦੇਸ਼ ਤਾਂ ਇਹ ਸੀਗਾ ਵੀ ਭਾਵੇਂ ਕੋਈ ਸਕੂਲ ਆਨਲਾਈਨ ਐਜੂਕੇਸ਼ਨ ਦੇ ਰਿਹਾ ਭਾਵੇਂ ਨਹੀਂ ਦੇ ਰਿਹਾ, ਉਹ ਐਨੂਅਲ ਚਾਰजेस ਲੈਂਦਾ ਰਹੇ, ਟਿਊਸ਼ਨ ਫੀਸ ਲੈਂਦਾ ਰਹੇ, ਟਰਾਂਸਪੋਰਟੇਸ਼ਨ ਚਾਰजेस ਲੈਂਦਾ ਰਹੇ, ਆਪਣੇ ਆਪ ਕੈਲਕੂਲੇਟ ਕਰਨ ਤੋਂ ਬਾਅਦ। ਕਿਉਂਕਿ ਜਿਹੜਾ ਸਿੰਗਲ ਬੈਂਚ ਸੀ, ਇਹ ਆਰਡਰ ਟੋਟਲੀ ਪ੍ਰਾਈਵੇਟ ਅਨਏਡਡ ਸਕੂਲ ਦੇ ਫੇਵਰ ਦੇ ਵਿੱਚ ਕਰਤਾ ਸੀਗਾ ਸਿੰਗਲ ਬੈਂਚ ਨੇ। ਔਰ ਮਾਪਿਆਂ ਵੱਲੋਂ ਇੱਕੋ ਪਟੀਸ਼ਨ ਫਾਈਲ ਹੋਈ ਸੀ ਜਿਹੜੀ ਮੇਰੇ ਵੱਲੋਂ ਫਾਈਲ ਕੀਤੀ ਗਈ ਸੀ, ਜਿਸ 'ਚ ਮੈਂ ਇਹ ਮੰਗਿਆ ਸੀ ਵੀ ਲੋਕਡਾਊਨ ਦੇ ਦੌਰਾਨ 1 ਜਾਂ 2 ਕਲਾਸ ਲੱਗਦੀ ਹੈ ਤੇ ਇਹ ਤਾਂ ਇਹਨਾਂ ਨੂੰ ਜਿਹੜੀ ਟਿਊਸ਼ਨ ਫੀਸ ਹੈ ਉਹ ਵੀ 2 ਕਲਾਸਾਂ ਦੀ ਲੈਣੀ ਚਾਹੀਦੀ ਹੈ। ਕਿਉਂਕਿ CBSE ਜਾਂ ਹੋਰ ਜਿਹੜੇ ਬੋਰਡ ਨੇ ਉਹ ਕਹਿੰਦੇ 6 ਜਾਂ 7 ਕਲਾਸਾਂ ਡੇਲੀ ਲੱਗਣੀਆਂ ਚਾਹੀਦੀਆਂ। ਬਿਲਡਿੰਗ ਚਾਰजेस ਨਹੀਂ ਕੋਈ ਬਣਦੇ, ਐਨੂਅਲ ਚਾਰजेस ਨਹੀਂ ਬਣਦੇ। ਇਸੇ ਕਰਕੇ ਅਸੀਂ ਡਿਵੀਜ਼ਨ ਬੈਂਚ ਦੇ ਆਏ ਸੀ। ਡਿਵੀਜ਼ਨ ਬੈਂਚ ਨੇ ਵੀ ਇੱਕ ਆਰਡਰ 'ਚ ਕਹਿਤਾ ਸੀ ਵੀ ਨਹੀਂ ਇਹ ਮਤਲਬ ਲੰਦੇ ਰਹਿਣ ਮਾਪੇ, ਇਹਨਾਂ ਦੇ ਐਪਲੀਕੇਸ਼ਨਾਂ ਦੇਣ, ਇਹ ਆਪੇ ਡਿਸਾਈਡ ਕਰਨ। ਬਟ ਉਹ ਤੋਂ ਮੈਂ ਤਾਂ ਸੰਤੁਸ਼ਟ ਪਹਿਲਾਂ ਹੀ ਨਹੀਂ ਸੀ। ਅੱਜ ਪੂਰੀ ਗ੍ਰੀਵੈਂਸ ਨੂੰ ਸੁਣਦੇ ਹੋਏ ਡਿਵੀਜ਼ਨ ਬੈਂਚ ਨੇ ਜੋ ਆਰਡਰ ਕੀਤਾ ਹੈ ਉਹ ਪੇਰੈਂਟਸ ਦੇ ਫੇਵਰ 'ਚ ਹੈ, ਉਹਦੇ ਨਾਲ ਟੀਚਰਸ ਦੇ ਵੀ ਫੇਵਰ 'ਚ ਹੈ। ਉਹ ਕੀ ਕੀਤਾ ਹੈ ਕਿ ਵੀ ਜਿਹੜੇ ਸਕੂਲ ਆਨਲਾਈਨ ਐਜੂਕੇਸ਼ਨ ਨਹੀਂ ਦੇ ਰਹੇ ਕੰਟੀਨਿਊ, ਸਪੋਜ਼ ਇੱਕ ਸਕੂਲ 1 ਦਿਨ ਜਾਂ 2 ਦਿਨ ਦਿੰਦਾ, ਉਹ ਤੋਂ ਬਾਅਦ ਨਹੀਂ ਦਿੰਦਾ, ਜਾਂ ਆਨਲਾਈਨ ਸਿਲੇਬਸ ਭੇਜਦਾ ਜਾਂ ਕਲਾਸਿਸ ਹੋਮਵਰਕ ਭੇਜਦਾ, 1 ਰੁਪਿਆ ਨਹੀਂ ਲੈ ਸਕਦੇ ਉਹ। ਟਿਊਸ਼ਨ ਫੀਸ ਤਾਂ ਬਹੁਤ ਦੂਰ ਦੀ ਗੱਲ ਹੈ, ਕੋਈ ਐਨੂਅਲ ਚਾਰजेस ਤਾਂ ਦੂਰ ਦੀ ਗੱਲ ਹੈ, ਕੋਈ ਫੀਸ ਨਹੀਂ ਲੈ ਸਕਦਾ ਉਹ। ਸਿਰਫ ਉਹ ਸਕੂਲ ਟਿਊਸ਼ਨ ਫੀ ਲੈ ਸਕਦੇ ਆ ਜਿਹੜੇ ਕੰਟੀਨਿਊ ਆਨਲਾਈਨ ਐਜੂਕੇਸ਼ਨ ਦੇ ਰਹੇ ਨੇ। ਉਹ ਸਕੂਲ ਟਰਾਂਸਪੋਰਟੇਸ਼ਨ ਚਾਰजेस ਕੋਈ ਵੀ ਨਹੀਂ ਲੈ ਸਕਦਾ, ਜਿੱਥੇ ਆਪਣੇ ਆਪ ਕੈਲਕੂਲੇਟ ਕਰਨ ਦੀ ਗੱਲ ਕੀਤੀ ਸੀ। ਅੱਗੇ ਕੀ ਕਹਿ ਰਿਹਾ ਹਾਈ ਕੋਰਟ ਨੇ, ਡਿਵੀਜ਼ਨ ਬੈਂਚ ਨੇ ਕਿਹਾ ਹੈ ਕਿ ਜਿਹੜੀ ਇਹਨਾਂ ਦੀ ਬੈਲੈਂਸ ਸ਼ੀਟ ਹੈ, ਕਿਉਂਕਿ ਇਹ ਮੇਰੇ ਵਾਂਗੂ ਮੰਗ ਸੀ ਵੀ ਇਹਨਾਂ ਦਾ, ਇਹ ਕਹਿੰਦੇ ਸਾਡਾ ਖਰਚਾ ਜ਼ਿਆਦਾ ਹੈ, ਇਹਨਾਂ ਨੇ ਕੋਈ ਰਿਕਾਰਡ ਨਹੀਂ ਲਾਇਆ, ਇਹਨਾਂ ਨੂੰ ਕਹੋ ਤੁਸੀਂ ਬੈਲੈਂਸ ਸ਼ੀਟ ਦਿਓ, ਤਦੇ ਪਤਾ ਚੱਲੂਗਾ ਨਾ ਕਿੰਨਾ ਖਰਚਾ ਕਿੰਨਾ ਆਮਦਨ ਹੈ। ਤੇ ਕੋਰਟ ਨੇ ਕਿਹਾ ਉਹ ਵੀ ਅੱਜ ਤੋਂ 7 ਮਹੀਨੇ ਤੋਂ ਪਹਿਲਾਂ ਵਾਲੀ ਚਾਰਟਰਡ ਅਕਾਊਂਟੈਂਟ ਤੋਂ ਅਟੈਸਟ ਕਰਕੇ ਉਹ ਵੀ ਫਾਈਲ ਕਰੋ। ਟੀਚਰਸ ਵਾਸਤੇ ਕਹਿੰਦੇ ਸੀ ਵੀ ਅਸੀਂ ਸੈਲਰੀ ਦੇਣੀ ਹੈ, ਇਸ ਕਰਕੇ ਬੱਚਿਆਂ ਤੋਂ ਟਿਊਸ਼ਨ ਫੀਸ ਲੈਣੀ ਹੈ। ਕੋਰਟ ਨੇ ਕਿਹਾ ਵੀ ਤੁਸੀਂ ਟਿਊਸ਼ਨ ਫੀਸ ਹੁਣ ਵੀ ਕਿਹਾ ਵੀ ਲੈ ਸਕਦੇ ਹੋ। ਕੋਰਟ ਕਹਿੰਦਾ ਕਿ ਸੈਲਰੀ ਜਿਹੜੀ ਟੀਚਰਸ ਨੂੰ ਲੋਕਡਾਊਨ ਤੋਂ ਪਹਿਲਾਂ ਦੇ ਰਹੇ ਸੀ, ਕਿਉਂਕਿ ਮੇਰੀ ਇਹ ਕਿਹਾ ਗਿਆ ਸੀ ਵੀ ਟੀਚਰਸ ਨੂੰ ਵੀ ਇਹ ਪੂਰੀ ਸੈਲਰੀ ਨਹੀਂ ਦਿੰਦੇ, ਇਹ ਸਾਰੇ ਕੋਰਟ ਨੂੰ ਮਿਸਲੀਡ ਕਰਦੇ ਨੇ, ਪੂਰੇ ਸੰਸਾਰ ਨੂੰ ਮਿਸਲੀਡ ਕਰਨ ਲੱਗੇ ਹੋਏ ਨੇ ਮੈਨੇਜਮੈਂਟ ਹੈ ਜਿਹੜੀ ਪ੍ਰਾਈਵੇਟ ਅਨਏਡਡ ਸਕੂਲ ਸੀ। ਕੋਰਟ ਨੇ ਕਲੀਅਰ ਕਰਤਾ ਕਿ ਤੁਸੀਂ ਜਿਹੜੇ ਟੀਚਰਸ ਨੂੰ ਸੈਲਰੀ ਲੋਕਡਾਊਨ ਤੋਂ ਪਹਿਲਾਂ ਦਿੰਦੇ ਸੀ ਉਹੀ ਸੈਲਰੀ ਤੁਸੀਂ ਪੇ ਕਰਨੀ ਹੈ। ਇਸ ਕਰਕੇ ਤਾਂ ਇਹ ਨਹੀਂ ਵੀ ਤੁਸੀਂ ਫੀਸਾਂ ਲੈ ਕੇ ਜੇਬ 'ਚ ਪਾਣੀ ਹੈ। ਇਸ ਤੋਂ ਅੱਗੇ ਜਿਹੜੀ ਹੋਰ ਮੈਂ ਆਪਣੇ ਆਪ 'ਚ ਕਹੂੰਗਾ ਵੀ ਵੱਡੀ ਇੱਕ ਕਿਸਮ ਦੀ ਪੇਰੈਂਟਸ ਦੀ ਇਸ ਸਟੇਜ ਤੇ ਜਿੱਤ ਹੈ। ਹਲੇ ਇਹ ਇੰਟਰਮ ਆਰਡਰ ਹੈ। ਕੋਰਟ ਨੇ ਕਿਹਾ ਵੀ ਤੁਸੀਂ ਆਪਣੇ ਆਰਗੂਮੈਂਟ ਜਾਂ ਜਿਹੜੀਆਂ ਪਲੀਡਿੰਗਸ ਨੇ ਉਹ ਕੰਪਲੀਟ ਕਰੋ, ਫਾਈਨਲ ਆਰਗੂਮੈਂਟਸ ਹਲੇ ਹੋਣੇ ਨੇ। ਕਿਉਂਕਿ ਮੇਰੀ ਮੰਗ ਜਿਹੜੀ ਆ ਉਹ ਬੜੀ ਕਲੀਅਰ ਹੈ। ਪੰਜਾਬ ਸਰਕਾਰ ਨੇ 14/5/2020 ਵਾਲੇ ਆਰਡਰ 'ਚ ਇਹ ਕਿਹਾ ਹੋਇਆ ਹੈ ਕਿ ਵੀ ਐਡਮਿਸ਼ਨ ਚਾਰजेस ਵੀ ਨੇ ਜਿਹੜੇ ਉਹ ਜਦੋਂ ਨਾਰਮਲ, ਜਦੋਂ ਹਾਲੇ ਤੱਕ ਸਕੂਲ ਓਪਨ ਨਹੀਂ ਹੋਏ, ਵੀ ਜਦੋਂ ਸਕੂਲ ਓਪਨ ਹੋ ਜਾਣਗੇ ਉਦੋਂ ਇਹ 1 ਮਹੀਨੇ ਦੇ ਅੰਦਰ ਲੈ ਲੈਣਗੇ। ਮੇਰੀ ਰਿਟ 'ਚ ਉਹ ਵੀ ਮੰਗਿਆ ਗਿਆ ਵੀ ਅਸੀਂ ਕਿਉਂ ਐਨੂਅਲ ਚਾਰजेस ਦਈਏ, ਅਸੀਂ ਕਿਉਂ ਐਡਮਿਸ਼ਨ ਚਾਰजेस ਦਈਏ,
ਜਦੋਂ ਸਕੂਲ ਅਸੀਂ ਯੂਜ਼ ਹੀ ਨਹੀਂ ਕੀਤਾ, ਇਹ ਤਾਂ ਜਿਹੜੀ ਐਜੂਕੇਸ਼ਨ ਸੀ ਆਨਲਾਈਨ ਐਜੂਕੇਸ਼ਨ, ਬੱਚਿਆਂ ਦੇ ਮਾਪਿਆਂ ਤੇ ਦੋਹਰੀ ਮਾਰ ਪਾਈ ਹੈ ਨੇ। ਇੱਕ ਤਾਂ ਬੱਚਿਆਂ ਨੂੰ ਹੁਣ 30 ਬੱਚੇ ਬੈਠੇ ਨੇ, ਕਿਹੜਾ ਕਿ ਅਸੀਂ ਫੋਰਨ ਕੰਟਰੀ 'ਚ ਬੈਠੇ ਆਂ ਵੀ ਸਾਡਾ ਨੈਟ ਜਿਹੜਾ 5G ਹੈ 4G ਹੈ, ਪਿੰਡਾਂ 'ਚ ਤਾਂ ਤੁਹਾਡਾ ਨੈਟਵਰਕ ਨਹੀਂ ਮਿਲਦਾ, ਫੋਨ ਨਹੀਂ ਮਿਲਦਾ ਪਿੰਡ 'ਚ ਜਾ ਕੇ। ਆਨਲਾਈਨ ਐਜੂਕੇਸ਼ਨ ਦੇ ਨਾਲ ਤਾਂ ਪੇਰੈਂਟਸ ਨੂੰ ਕੰਮ ਲੱਗ ਗਏ, ਪੇਰੈਂਟਸ ਨੂੰ ਪੜਾਉਣਾ ਪੈ ਰਿਹਾ ਬੱਚਿਆਂ ਨੂੰ। ਉਸ ਤੋਂ ਬਾਅਦ ਜਿਨ੍ਹਾਂ ਦੇ 2 ਜਾਂ 3 ਬੱਚੇ ਨੇ, ਕੋਈ ਲੈਪਟਾਪ ਲੈ ਕੇ ਦੇ ਰਿਹਾ, ਕੋਈ ਮਲਟੀਮੀਡੀਆ ਫੋਨ ਦੇ ਰਿਹਾ, ਬਿਜ਼ਨਸ ਠੱਪ ਹੋ ਗਏ। ਜਿਹੜੇ ਸ਼ਹਿਰਾਂ 'ਚ ਵੀ ਬੈਠੇ ਸੀ ਉਹ ਵੀ ਪਿੰਡਾਂ 'ਚ ਚਲੇ ਗਏ। ਸਕੂਲਾਂ ਨੂੰ ਫੀਸ ਕਾਹਦੀ ਹੈ? ਸੈਕੰਡਲੀ, ਰਾਈਟ ਟੂ ਐਜੂਕੇਸ਼ਨ ਸਾਡਾ ਫੰਡਾਮੈਂਟਲ ਰਾਈਟ ਹੈ। ਇਟ ਹੈਜ਼ ਬੀਨ ਇਨਸਰਟਡ ਇਨ ਆਰ ਕਨਸਟੀਟਿਊਸ਼ਨ ਐਜ਼ ਅ ਫੰਡਾਮੈਂਟਲ ਰਾਈਟ। ਆਰਟੀਕਲ 21A ਜੀ 'ਚ ਇਹ ਪ੍ਰੋਵਾਈਡ ਕੀਤਾ ਗਿਆ ਹੈ ਕਿ 6 ਤੋਂ 14 ਸਾਲ ਦੇ ਬੱਚਿਆਂ ਦੀ ਐਜੂਕੇਸ਼ਨ ਟੋਟਲੀ ਫ੍ਰੀ ਹੈ। ਜਿਹੜੇ ਇਹ ਅਨਏਡਡ ਸਕੂਲਸ ਨੇ, ਇਹ ਵੀ ਇੱਕ ਚੈਰੀਟੇਬਲ ਇੰਸਟੀਟਿਊਸ਼ਨ ਨੇ। ਇਹ ਟਰਸਟ, ਇਹ ਤਾਂ ਕੋਈ ਟਰਸਟ ਜਾਂ ਜਿਹੜਾ ਬਣਾਉਂਦੇ ਨੇ ਉਹਦਾ ਪੈਸਾ 1 ਰੁਪਿਆ ਪਰਸਨਲ ਯੂਜ਼ ਲਈ ਤਾਂ ਕੀ, ਹੋਰ ਪਰਪਸ ਲਈ ਯੂਜ਼ ਵੀ ਨਹੀਂ ਕਰ ਸਕਦੇ, ਬੱਚਿਆਂ ਦੇ ਵੈਲਫੇਅਰ ਲਈ ਉਹ ਕਰਨਾ ਬਣਦਾ। ਪਰ ਤੁਸੀਂ ਦੇਖੋ ਹੋ ਕੀ ਰਿਹਾ, ਲੁੱਟ ਮਚਾਈ ਹੋ ਰਹੀ ਹੈ ਪੇਰੈਂਟਸ ਦੀ। ਚਲੋ ਫਿਲਹਾਲ ਤਾਂ ਕੋਵਿਡ-19 ਦੀ ਸਿਚੁਏਸ਼ਨ ਨਾਲ ਲੜ ਰਹੇ ਆ। ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਪੇਰੈਂਟਸ ਦੀ ਮਤਲਬ ਇੱਛਾ ਹੈ ਜਾਂ ਜੋ ਵੀ ਉਹ ਚਾਹੁੰਦੇ ਨੇ, ਆਉਣ ਵਾਲੇ ਟਾਈਮ 'ਚ ਉਹ ਵੀ ਪੇਰੈਂਟਸ ਦੇ ਲਈ ਵੱਧ ਤੋਂ ਵੱਧ ਜੋ ਰਿਲੀਫ ਦਵਾ ਪਾਏ, ਉਹ ਕੋਰਟ ਦੇ ਥਰੂ ਜਾਂ ਗਵਰਨਮੈਂਟ ਦੇ ਨਾਲ ਜਾਂ ਗਵਰਨਮੈਂਟ ਆਫ ਇੰਡੀਆ ਦੇ ਨਾਲ ਕੋਈ ਬੈਠ ਕੇ ਜਾਂ ਰਿਪਰੈਜ਼ੈਂਟੇਸ਼ਨ ਭੇਜ ਕੇ ਕੋਈ ਕਾਨੂੰਨ ਬਣਨ ਲਈ ਉਹ ਵੀ ਮਤਲਬ ਰਿਕੁਐਸਟ ਕੀਤੀ ਜਾਊਗੀ। ਇਹ ਸਭ ਅਕਸਰ ਇਹ ਹੁੰਦਾ ਕਿ ਕੋਈ ਰੈਗੂਲੇਟਰੀ ਅਥਾਰਟੀ ਹੋਵੇ ਜਿਹੜੇ ਹਿਸਾਬ ਲੈ ਸਕੇ ਸਕੂਲਾਂ ਵਾਲਿਆਂ ਤੋਂ, ਫਿਰ ਸਕੂਲ ਟੀਚਰਾਂ ਦੀ ਸੈਲਰੀ ਵੀ ਪੂਰੀ ਮਿਲੇ, ਕਿਉਂਕਿ ਬਹੁਤ ਘੱਟ ਤਨਖਾਹਾਂ ਮਿਲਦੀਆਂ ਨੇ, ਐਨੇ ਕੁਆਲੀਫਾਈਡ ਟੀਚਰ ਹੁੰਦੇ ਆ। ਇਹ ਵੀ ਤੁਸੀਂ ਆਉਣ ਵਾਲੇ ਸਮੇਂ 'ਚ ਹਾਈ ਕੋਰਟ ਦੇ ਵਿੱਚ ਕਰੋਗੇ ਕੇਸ ਦਾਇਰ ਕਿ ਸਰਕਾਰ ਕਿਉਂ ਢਿੱਲ ਵਰਤ ਰਹੀ ਹੈ ਇਸ ਪਾਸੇ, ਕਿਉਂ ਨਹੀਂ ਅਥਾਰਟੀ ਬਣਾਉਂਦੀ? ਦੇਖੋ, ਅਥਾਰਟੀ ਇੱਕ ਇਹਨਾਂ ਨੇ 2013 ਦੀ ਜੱਜਮੈਂਟ ਸੀ, ਉਸ ਤੋਂ ਬਾਅਦ 2016 'ਚ ਐਕਟ ਬਣਾਇਆ, ਉਹਦੇ ਵਿੱਚ ਰੈਗੂਲੇਟਰੀ ਬਾਡੀ ਬਣਾਈ। ਰੈਗੂਲੇਟਰੀ ਬਾਡੀ ਟੀਥਲੈਸ ਬਾਡੀ ਹੈ। ਟੀਥਲੈਸ ਮੈਂ ਕਹਿੰਦਾ ਵੀ ਜਿਹੜੀ ਕਿਸੇ ਨੂੰ ਜਿਹਨੂੰ ਵੱਢੇ ਨਹੀਂ ਸਕਦੀ। ਉਹ 'ਚ ਲਿਖਿਆ ਤੁਸੀਂ ਸਕੂਲ ਦੀ ਐਫੀਲੀਏਸ਼ਨ ਕੈਂਸਲ ਕਰ ਸਕਦੇ ਹੋ, ਰੈਕਗਨੀਸ਼ਨ ਕੈਂਸਲ ਕਰਦੇ ਹੋ ਜੇ ਕੋਈ ਜ਼ਿਆਦਤੀ ਕਰਦਾ। ਮੇਰੇ ਕੋਲ ਲੱਖਾਂ ਪੇਰੈਂਟਸ ਦੀਆਂ ਆਨਲਾਈਨ ਔਨ ਰਿਕਾਰਡ ਫਾਈਲਸ ਪਈਆਂ ਹੋਈਆਂ ਨੇ, ਜਿਹਦੇ ਵਿੱਚ ਇੱਕ ਵੀ ਇੰਸਟੈਂਸ ਨਹੀਂ ਹੋਇਆ ਕਿਸੇ ਇੱਕ ਐਪਲੀਕੇਸ਼ਨ ਦਾ ਵੀ ਕੋਈ ਨਿਪਟਾਰਾ ਕੀਤਾ ਹੋਵੇ। ਹੁਣ ਰੀਜ਼ਨ ਇਹ ਹੈ, ਡੀਸੀ ਹੁਣ ਚੇਅਰਮੈਨ ਹੈ ਪ੍ਰੈਜ਼ੈਂਟਲੀ, ਉਹਦੇ ਮੈਂਬਰ ਨੇ ਜਾਂ ਸਕੂਲ ਦੇ, ਜਾਂ ਤਾਂ ਉਹ ਕੋਈ ਨਾ ਕੋਈ ਉਹਨਾਂ ਦਾ ਟਰਸਟੀ ਮੈਂਬਰ ਆਪਣੇ ਸਕੂਲ ਨੇ। ਇਹਨਾਂ ਦੇ ਬੱਚਿਆਂ ਦੇ ਪੇਰੈਂਟਸ ਇੰਨੇ ਕੁ ਬਿਜ਼ੀ ਹੋ ਗਏ ਨੇ। ਦੇਖੋ, ਸਾਡੀ ਇਹ ਬਦਕਿਸਮਤੀ ਹੈ, ਜਿਹੜਾ ਇੱਕ ਪੇਰੈਂਟ ਹੈ ਜਿਹਦੇ 1 ਜਾਂ 2 ਬੱਚੇ ਵੀ ਨੇ, ਪ੍ਰਾਈਵੇਟ ਸਕੂਲਾਂ 'ਚ ਕੰਮ ਕਰਦਾ, ਉਹ ਪ੍ਰਾਈਵੇਟ ਆਰਗੇਨਾਈਜੇਸ਼ਨ 'ਚ ਕੰਮ ਕਰਦਾ, ਉਹ ਦਿਨ ਰਾਤ ਮਰਦਾ। ਇਹਨਾਂ ਸਕੂਲਾਂ ਦੇ ਫੀਸ 3 ਮਹੀਨੇ ਬਾਅਦ ਫੇਰ ਆਈ ਖੜੀ ਆ। ਉਹ ਇੰਨਾ ਕੁ ਬਿਜ਼ੀ ਆ, ਉਹ ਤੋਂ ਤਾਂ ਫੀਸ ਹੀ ਨਹੀਂ ਉਤਰ ਰਹੀ। ਹੁਣ ਵੀ ਇਸ ਕੋਵਿਡ-19 'ਚ ਮੇਤੋਂ ਮੈਂ ਕਿਹਾ ਸੀ ਕਿ ਜੇ ਕੋਵਿਡ-19 ਦੀ ਵਜ੍ਹਾ ਨਾਲ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ, ਜਿਹੜੇ ਕਰਦੇ ਹੀ ਪ੍ਰਾਈਵੇਟ ਜੌਬਸ ਨੇ, ਉਹ ਕਿੱਥੋਂ ਕਮਾਣਗੇ, ਕਿੱਥੋਂ ਉਹਨਾਂ ਨੂੰ ਕੋਈ ਸੋਰਸ ਆਫ ਇਨਕਮ ਉਹਨਾਂ ਦਾ ਨਹੀਂ ਖਤਮ ਹੋਇਆ। ਕਈਆਂ ਦੀਆਂ ਤਾਂ ਸੈਲਰੀਆਂ ਅੱਧੀਆਂ ਰਹਿ ਗਈਆਂ, ਪੇਰੈਂਟਸ ਦੀਆਂ ਵੀ। ਕਈਆਂ ਦੀਆਂ ਸੈਲਰੀਆਂ ਖਤਮ ਹੋ ਗਈਆਂ, ਕਈਆਂ ਦਾ ਬਿਜ਼ਨਸ ਠੱਪ ਹੋ ਗਿਆ, ਜਿਨ੍ਹਾਂ ਦੀਆਂ ਦੁਕਾਨਾਂ ਸੀ ਉਹ ਬੰਦ ਪਈਆਂ। ਤੁਹਾਨੂੰ ਪਤਾ ਹੈ, ਆਪਾਂ ਨੂੰ ਸਭ ਨੂੰ ਪਤਾ ਹੈ, ਇਹ ਤਾਂ ਐਪੀਡੈਮਿਕ ਦੇ ਮਤਲਬ ਇਹਦਾ ਰਿਜ਼ਲਟ ਹੈ। ਇਕੱਲਾ ਇੰਡੀਆ 'ਚ ਨਹੀਂ, ਆਲ ਓਵਰ ਵਰਲਡ ਦੇ ਵਿੱਚ ਇਹਦਾ ਮਤਲਬ ਮਿਲ ਰਿਹਾ। ਹੁਣ ਸਕੂਲਾਂ ਨੂੰ ਕਿੱਥੋਂ ਐਕਸਪੈਂਡੀਚਰ ਦੇਣਗੇ? ਕੋਈ ਬਿਲਡਿੰਗ ਚਾਰजेस ਹੋ ਰਹੇ ਨੇ, ਸਕੂਲ ਬੰਦ ਪਏ ਨੇ, ਘਰ 'ਚ ਬੈਠੇ ਬੱਚੇ ਆਪਣਾ ਬਿਜਲੀ ਮਚਾ ਰਹੇ ਨੇ, ਪੇਰੈਂਟਸ ਪੜ੍ਹਾ ਰਹੇ ਨੇ। ਆਨਲਾਈਨ ਐਜੂਕੇਸ਼ਨ ਦੇ ਬਹਾਨੇ ਤੇ ਪੇਰੈਂਟਸ ਨੂੰ ਲੁੱਟਣਾ ਕੋਈ ਚੰਗੀ ਗੱਲ ਥੋੜੋ ਨਾ। ਇੱਕ ਜਿਸ ਤਰ੍ਹਾਂ ਮਲੇਰਕੋਟਲਾ ਹੋਇਆ, ਮੰਡੀ ਗੋਬਿੰਦਗੜ੍ਹ ਹੋਇਆ, ਸਕੂਲ ਵਾਲਿਆਂ ਨੇ ਫੀਸ ਮੰਗੀ ਧੱਕੇ ਨਾਲ, ਫਿਰ ਕਈ ਬੱਚਿਆਂ ਨੂੰ ਆਨਲਾਈਨ ਕਲਾਸਾਂ ਤੋਂ ਬਾਹਰ ਕੀਤਾ ਗਿਆ। ਉਹ ਸਕੂਲਾਂ ਤੇ ਵੀ ਕਾਰਵਾਈ ਮੰਗੀ ਹੈ ਤੁਸੀਂ? ਦੇਖੋ, ਮੈਂ ਤਾਂ ਸਾਰੀ ਮੰਗੀ ਹੈ। ਮੈਂ ਤਾਂ ਇਹ ਮੰਗਿਆ ਵੀ ਜਿਹੜੀ ਮਤਲਬ ਮਾਰਚ ਦੀਆਂ ਡਾਇਰੈਕਸ਼ਨਸ ਨੇ, ਕੁਛ ਅਪ੍ਰੈਲ ਦੀਆਂ ਡਾਇਰੈਕਸ਼ਨਸ ਨੇ ਪੰਜਾਬ ਗਵਰਨਮੈਂਟ ਦੀਆਂ, ਜਿੱਥੇ ਉਹਨਾਂ ਨੇ ਕਿਹਾ ਵੀ ਜੇ ਇਹ ਜ਼ਿਆਦਾ ਕੋਈ ਆਪਣੀਆਂ ਬੁੱਕਸ ਦਾ ਜਾਂ ਕੋਈ ਹੋਰ ਯੂਨੀਫਾਰਮ ਦਾ ਕਿਸੇ ਵੀ ਕਿਸਮ ਦਾ ਜ਼ਿਆਦਤੀ ਕਰਦੇ ਨੇ, ਜਾਂ ਇਹ ਟਿਊਸ਼ਨ ਫੀ ਤੋਂ ਜ਼ਿਆਦਾ ਰਿਸੀਵ ਕਰਦੇ ਨੇ, ਇਹਨਾਂ ਦੀ ਐਫੀਲੀਏਸ਼ਨ ਕੈਂਸਲ ਕੀਤੀ ਜਾਵੇ। ਮੈਂ ਆਪਣੀ ਰਿਟ ਦੇ ਵਿੱਚ ਨਾਲ ਰਸੀਦਾਂ ਲਾਈਆਂ ਨੇ ਜਿੱਥੇ ਇਹਨਾਂ ਨੇ ਰਿਸੀਵ ਕੀਤੀਆਂ ਹੋਈਆਂ ਨੇ। ਫੁੱਲ ਗਵਰਨਮੈਂਟ ਇਹਨਾਂ ਨੂੰ ਕਹਿ ਰਹੀ ਹੈ ਵੀ ਤੁਸੀਂ ਟਿਊਸ਼ਨ ਫੀ ਇਹ ਲੈਣੀ ਹੈ, ਪੰਜਾਬ ਗਵਰਨਮੈਂਟ ਪਹਿਲਾਂ ਇਹਨਾਂ ਨੇ ਪੂਰੀ ਫੀ ਡਰਾ ਧਮਕਾ ਕੇ ਲਈ ਹੋਈ ਹੈ। ਮੈਂ ਕਿਹਾ ਇਹ ਤਾਂ ਪ੍ਰੂਫ ਹੈ, ਇਹ ਤਾਂ ਐਵੀਡੈਂਸ ਹੈ। ਇਹਨਾਂ ਦੀ ਐਫੀਲੀਏਸ਼ਨ ਕੈਂਸਲ ਕਰੋ। ਕੌਣ ਕਰੂਗਾ, ਕਦੋਂ ਕਰਨਗੇ? ਜਿਹੜੇ ਗਵਰਨਮੈਂਟ ਸਕੂਲ ਨੇ, ਜਿਹੜੇ ਗਵਰਨਮੈਂਟ ਸਕੂਲ ਵਿੱਚ ਨਹੀਂ ਵੀ ਜਾਣਾ ਚਾਹੁੰਦੇ, ਜਿਹੜੇ ਇਹ ਸਕੂਲ ਵੀ ਨੇ, ਤੁਸੀਂ ਕੋਈ ਕਲੋਨੀ ਦੇ ਵਿੱਚ ਘਰ ਲੈਂਦੇ ਹੋ, ਤੁਸੀਂ ਉੱਥੇ 100 ਗਜ ਜਗ੍ਹਾ ਨਹੀਂ ਲੈਂਦੇ, ਬਟ ਜਦੋਂ ਕਲੋਨੀ ਪਾਸ ਕਰਾਉਣੀ ਆ ਉੱਥੇ ਕਿੱਲਾ ਜਾਂ 2 ਕਿੱਲੇ ਇੱਕ
ਇੱਕ ਸਕੂਲ ਲਈ ਰਿਜ਼ਰਵ ਹੁੰਦਾ, ਇੱਕ ਹੁੰਦਾ ਕੋਈ ਤੁਸੀਂ ਜੇ ਕੋਈ ਹਸਪੀਟਲ ਆ ਜਾਂ ਡਿਸਪੈਂਸਰੀ ਆ ਉਹਦੇ ਲਈ ਰਿਜ਼ਰਵ ਹੁੰਦਾ। ਉਹ ਫ੍ਰੀ ਆਫ ਕਾਸਟ ਕੰਸੈਸ਼ਨਲ ਬੇਸ ਤੇ ਇਹਨਾਂ ਨੂੰ ਦਿੱਤਾ ਜਾਂਦਾ। ਜਿਹੜਾ ਬੰਦਾ ਕਹੇ ਕਿ ਸਾਤੋਂ ਖਰਚਾ ਹੀ ਨਹੀਂ ਚੱਲਦਾ, ਮਤਲਬ ਕਰੋੜਾਂ ਰੁਪਈਆਂ ਵਾਲੀਆਂ ਕਾਰਾਂ ਇਹ ਖਿੱਚੀ ਫਿਰਦੇ ਨੇ ਮੈਨੇਜਮੈਂਟ ਵਾਲੇ, ਇਹ ਮੈਂ ਤਾਂ ਇਹ 'ਚ ਇਹ ਵੀ ਮੰਗਿਆ ਹੋਇਆ ਵੀ ਜੇ ਕਿਸੇ ਸਕੂਲ ਵਾਲੇ ਤੋਂ, ਇਹ ਸਕੂਲ ਵਾਲੇ ਆਏ ਨਾ ਚੱਲ ਕੇ ਹਾਈ ਕੋਰਟ, ਵੀ ਇਹਨਾਂ ਤੋਂ ਕੋਈ ਸਕੂਲ ਨਹੀਂ ਚੱਲਦਾ, ਗਵਰਨਮੈਂਟ ਟੇਕ ਓਵਰ ਕਰ ਲੇ ਨਾ, ਇਹਨਾਂ ਨੂੰ ਕੱਢ ਦੇ। ਇਹ ਕਿਹੜਾ ਕੋਈ ਪ੍ਰੋਫਿਟੇਬਲ, ਇਹ ਕੋਈ ਮਾਲ ਹੈ, ਇਹ ਕੋਈ ਬਿਜ਼ਨਸ ਹੈ ਵੀ ਆਪ ਸੈਟਅਪ ਕੀਤਾ ਹੈ, ਬੱਚਿਆਂ ਦੇ ਪੇਰੈਂਟਸ ਦਾ ਫੰਡ ਲੱਗਾ ਉਹਦੇ ਤੇ। ਮੈਂ ਨਹੀਂ ਕਹਿੰਦਾ, ਇਹ ਐਕਟ ਕਹਿੰਦਾ ਹੈ। ਇਹਨਾਂ ਨੇ ਕੱਲੋਂ ਇਨਵੈਸਟਮੈਂਟ ਨਹੀਂ ਕੀਤੀ, ਪ੍ਰੋਫਿਟ ਐਂਡ ਲਾਸ ਤੇ ਇਹਨਾਂ ਨੇ ਕੋਈ ਕਮਾਈ ਨਹੀਂ ਕਰਨੀ, ਉੱਥੇ ਆਪਣਾ ਬਿਜ਼ਨਸ ਨਹੀਂਗਾ। ਸੋ ਇਹਨੂੰ ਬੰਦ ਕਰਕੇ ਗਵਰਨਮੈਂਟ ਅੰਡਰਟੇਕ ਕਰਕੇ ਉੱਥੇ ਕਿਸੇ ਹੋਰ ਵਧੀਆ ਮੈਨੇਜਮੈਂਟ ਲਾ ਦੇ। ਲੈਟਸ ਹੋਪ ਫਾਰ ਅਗਲੀ ਡੇਟ ਕਦੋਂ ਇਸ ਮਾਮਲੇ ਦੀ? ਹੁਣ 12th of November is the next date of hearing। ਠੀਕ ਹੈ, ਧੰਨਵਾਦ। ਸੋ ਇਹ ਸਨ ਐਡਵੋਕੇਟ ਚਰਨਪਾਲ ਸਿੰਘ ਬਾਗੜੀ, ਜਿਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਕੂਲ ਫੀਸਾਂ ਦੇ ਮਾਮਲੇ ਤੇ ਹੋਏ ਆਦੇਸ਼ਾਂ ਬਾਰੇ ਪੂਰੀ ਜਾਣਕਾਰੀ ਦਿੱਤੀ। ਇੱਕ ਵੱਡੀ ਰਾਹਤ ਹੈ ਸਕੂਲ ਵਿਦਿਆਰਥੀਆਂ ਦੇ ਮਾਪਿਆਂ ਲਈ ਤੇ ਜਿਹੜੇ ਸਕੂਲ ਦੇ ਟੀਚਰ ਨੇ ਉਹਨਾਂ ਲਈ ਵੀ, ਕਿਉਂਕਿ ਸਕੂਲ ਟੀਚਰਾਂ ਨੂੰ ਦੁੱਗਣੀ ਤਨਖਾਹ ਮਿਲਦੀ ਸੀ। ਅਗਲੀ ਤਰੀਕ ਤੇ ਦੇਖਦੇ ਹਾਂ ਕਿ ਹੋਰ ਵੀ ਨਵੇਂ ਆਦੇਸ਼ ਆਉਂਦੇ ਨੇ ਸਕੂਲ ਫੀਸਾਂ ਦੇ ਮਾਮਲੇ ਤੇ। ਫਿਲਹਾਲ ਸਾਨੂੰ ਦਿਓ ਇਜਾਜ਼ਤ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।